ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਤ ਸੰਗਤ ਜੀਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਸੂਹੀ ਮਹੱਲਾ ਪੰਜਵਾਂ। ਆਓ ਵਿਚਾਰ ਸ਼ੁਰੂ ਕਰਦੇ ਹਾਂ। ਸ਼ਬਦ ਦੀਆਂ ਰਹੋ ਪੰਕਤੀਆਂ ਨੇ। ਵੇਖ ਵੇਖ ਜੀਵਾ ਦਰਸ ਤੁਮਾਰਾ, ਚਰਨ ਕਮਲ ਜਾਈ ਬਲਿਹਾਰਾ। हे प्रभु, हे परमेश्वर, हे स्वामी, तेरा दर्शन देख देख के ही मेरा जीवन है। मैं तेरा दर्शन कर कर के जी रहा हाँ। तेरे चरण कमलों तो बलिहारे जाता हाँ। चरण कमल जाई बलिहारा, तुझ बिन ठाकुर कब न हमारा। हे प्रभु, हे मेरे ठाकुर, हे मेरे स्वामी, भला ते तो बिना मेरा होर है कौन। ते तो बिना मेरा दूजा कोई नहीं है। मैं ते तो बिना किसी दूजे नूं नहीं मनदा। इस करके तेरे चरण कमलों तो मैं सदके जांदा, बलिहारे जांदा हाँ। ते तेरा दर्शन कर करके ही मैं जी रहा हाँ। मेरा जीवन है। ये रहो पंक्तियां ने शब्दियां। आओ हुण शब्द शुरू करते हाँ। गुर पूरे जब पए दिहाए। उस प्रभु के चरणों दे विच जुड़ना, उस प्रभु के दर्शन करने कदों हुंदा है? ये अवस्था जदों पूरा गुर दया कर देता है। गुर पूरे जब पए दयाल, दुख बिन से पूर्ण होई काल। ते दुख बिनस जांदे ने ते साडी काल ना पूरी हो जाती है। काल ना केड़ी पूरी हो जाती कि प्रभु दा मिलाप हो जाता है। विछोड़े दा दुख बिनस जाता है, जमा दा दुख बिनस जाता है, मन दी भुख खत्म हो जाती है, मन तृप्त हो जाता है। इस तरीके नाल जब हे प्रभु पूरा गुरु खुश हो गया, दयालु हो गया, ते मेरी जड़ी कालना पूरी हो गई, ते मेरे दुखां दा नाश हो गया। साध संगत सो प्रीत बन आई। साध संगत नाल प्रीत बन गई मेरी। साध संगत का मिलाप होया, क्योंकि साध संगत का मिलाप होना ते साध संगत दे नाल प्रेम पैना, साध संगत ते विश्वास होना, ये बड़ियां श्रेष्ठ गल्लां ने, बड़ियां उत्तम गल्लां ने। इदा समझाउंदे ने, कहंदे हुण मेरी जिहड़ी प्रीत है साध संगत दे नाल बन गई है। साध संगत दे नाल मेरी प्रीत पै गई है। पूर्व कर्म लिखत तुर भाई। क्यों पई साध संगत दे नाल मेरी प्रीत? क्योंकि कोई मेरे पूर्व कर्म सी, तू मेरे ते दया की थी, मैनू मेरी प्रीत पा दी थी साध संगत दे नाल। जप हर हर नाम अचरज प्रताप। कहंदे हुण हरि दा, परमेश्वर दा जिहड़ा नाम है अचरज है, उसका मैनू प्रताप है। क्योंकि नाम की है? बिस्माद है, अचरज है।
ਉਸ ਨੂੰ ਮੈਂ ਮੰਨਦਾ ਹਾਂ, ਉਸ ਨੂੰ ਮੈਂ ਜਪਦਾ ਹਾਂ, ਤੇ ਉਸੇ ਦਾ ਹੀ ਪ੍ਰਤਾਪ ਹੈ। ਉਸ ਦਾ ਜਿਹੜਾ ਪ੍ਰਤਾਪ ਹੈ ਅਚਰਜ ਹੈ, ਬਿਸਮਾਤ ਹੈ। ਜਾਲ ਨਾ ਸਾਕੈ ਤੀਨੇ ਤਾਪ। ਹੁਣ ਜਿਹੜੇ ਤ੍ਰੈ ਗੁਣਾ ਦਾ ਤਾਪ ਹੈ, ਤ੍ਰੈ ਗੁਣਾ ਦੇ ਤਾਪ ਦੇ ਵਿੱਚ ਕੀ ਹੈ? ਅਸ਼ਾਵਾਂ ਤ੍ਰਿਸ਼ਨਾਵਾਂ ਨੇ, ਵੈਰ ਵਿਰੋਧ ਨਫ਼ਰਤ ਹੈ। ਇੱਦਾਂ ਹੀ ਜਾਂ ਸਤੋ ਗੁਣ ਦੀਆਂ ਬਾਤਾਂ ਨੇ, ਜਿਸ ਦੇ ਵਿੱਚ ਪੁੰਨਦਾਨ ਆ ਜਾਂਦੇ ਨੇ। ਇਹ ਤੇਰਾ ਗੁਣ ਮਾਇਆ ਹੈ। ਇਹ ਹੁਣ ਮੈਨੂੰ ਜਾਲ ਨਹੀਂ ਸਕਦੇ ਮੈਂ, ਜਾਂ ਇਹ ਕਹਿ ਲਈ ਕਿ ਮੈਂ ਇਹਨਾਂ ਦੇ ਜਾਲ ਵਿੱਚ ਨਹੀਂ ਫਸਦਾ। ਮੈਂ ਇਹਨਾਂ ਤੋਂ ਨਿਰਲੇਪ ਹੋ ਗਿਆ ਹਾਂ। ਮੈਂ ਇਹਨਾਂ ਬੰਧਨਾਂ ਤੋਂ ਮੇਰਾ ਮਨ ਨਿਰਲੇਪ ਹੋ ਗਿਆ ਹੈ। ਨਿਮਕ ਨਾ ਬਿਸਰੈ ਹਰ ਚਰਨ ਤੁਮਾਰੇ। ਹੇ ਪ੍ਰਭੂ, ਹੁਣ ਤੇਰੇ ਚਰਨ ਮੈਨੂੰ ਇੱਕ ਨਿਮਕ ਵੀ ਨਹੀਂ ਵਿਸਰਦੇ। ਨਾਨਕ ਮੰਗੈ ਦਾਨ ਪਿਆਰੇ। ਹਾਂ, ਹੁਣ ਪ੍ਰਭੂ ਮੈਂ ਤੇਰੇ ਤੋਂ ਇਹ ਦਾਨ ਮੰਗਦਾ ਹਾਂ ਕਿ ਤੇਰੇ ਚਰਨ ਮੈਨੂੰ ਇੱਕ ਨਿਮਕ ਵੀ ਨਾ ਵਿਸਰਨ। ਮੇਰਾ ਮਨ ਹਮੇਸ਼ਾ ਤੇਰੇ ਚਰਨ ਕਮਲਾਂ ਦੇ ਵਿੱਚ ਜੁੜਿਆ ਰਹੇ। ਇਹੀ ਮੈਂ ਤੇਰੇ ਤੋਂ ਇੱਕ ਹੁਣ ਦਾਨ ਮੰਗਦਾ ਹਾਂ। ਹੋਰ ਮੈਨੂੰ ਕੋਈ ਇੱਛਾ ਨਹੀਂ, ਬਸ ਮੇਰਾ ਮਨ ਤੇਰੇ ਚਰਨਾਂ ਦੇ ਵਿੱਚ ਜੁੜਿਆ ਰਹੇ। ਇਹ ਸ਼ਬਦ ਜਿਹੜਾ ਸੀ, ਇਹ ਸਾਰਾ ਹੀ ਸਾਧ ਸੰਗਤ ਤੋਂ ਬਾਅਦ ਜੋ ਅਵਸਥਾ ਬਣ ਜਾਂਦੀ ਹੈ, ਤੇ ਫਿਰ ਪ੍ਰਭੂ ਦੇ ਹੋ ਜਾਂਦੇ ਹਾਂ। ਫਿਰ ਉਸ ਦੇ ਦਰਸ਼ਨ, ਕਿਉਂਕਿ ਭਗਤੀ ਕੀ ਹੈ? ਦਰਸ਼ਨ ਕਰਨਾ, ਦੇਖਣਾ। ਅੰਤ ਕੀ ਰਹਿ ਜਾਂਦਾ ਹੈ? ਦੇਖਣਾ। ਜੇ ਧਿਆਨ ਪ੍ਰਭੂ 'ਚ ਹੈ ਤੇ ਉਹਦੇ ਵੀ ਜਾ ਸਮਾਉਂਦੇ ਹਾਂ। ਜੇ ਧਿਆਨ ਸੰਸਾਰ ਦੀਆਂ ਅਵਸਥਾ ਦੇ ਵਿੱਚ ਹੈ, ਜਿੱਧਰ ਧਿਆਨ ਹੋਏਗਾ ਉੱਧਰ ਨੂੰ ਸਾਡਾ ਮਨ ਅਗਲੀ ਜੂਨੀ ਚਲੇ ਜਾਂਦਾ ਹੈ। ਪਰਮੇਸ਼ਰ 'ਚ ਧਿਆਨ ਹੋਏਗਾ, ਨਾਮ 'ਚ ਧਿਆਨ ਹੋਏਗਾ ਤੇ ਮੋਕਸ਼ ਪ੍ਰਾਪਤ ਹੁੰਦੀ ਹੈ। ਆਓ ਅਗਲਾ ਸ਼ਬਦ ਫਿਰ ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹੋ ਪੰਕਤੀਆਂ ਨੇ। ਸੁਣ ਬੇਨਤੀ ਪ੍ਰਭ ਦੀਨ ਦਿਆਲਾ, ਸਾਧ ਗਾਵੇ ਗੁਣ ਸਦਾ ਰਸਾਲਾ। ਹੁਣ ਸਤਿਗੁਰੂ ਸਮਝਾਉਂਦੇ ਨੇ ਕਿ ਬੇਨਤੀ ਸੁਣ, हे ਪ੍ਰਭੂ, हे ਦਿਆਲੂ, ਬੇਨਤੀ ਸੁਣੋ ਮੇਰੀ ਕਿ ਤੇਰੇ ਸਾਧ ਨੇ ਜਿਹੜੇ ਤੇਰੇ ਗੁਣ ਗਾਉਂਦੇ ਨੇ ਸਦਾ। ਕਿਉਂਕਿ ਸਾਧੂ ਦੇ ਗੁਣ ਗਾਉਣ ਦੀ ਮਹੱਤਤਾ ਕੀ ਹੈ? ਗੁਣ ਬਹੁਤ ਗਾਉਂਦੇ ਨੇ ਪ੍ਰਭੂ ਦੇ ਬਾਰੇ, ਬੜੇ ਲੋਕ ਗਾਉਂਦੇ ਹਨ, ਪਰ ਅਸਲ ਦੇ ਵਿੱਚ ਕੌਣ ਗਾਉਂਦਾ ਹੈ? ਸਾਧੂ। ਸਾਧ ਸੰਗਤ ਦੇ ਵਿੱਚ ਸਾਧੂ ਜਨ, ਕਿਉਂ ਉਸ ਦੇ ਰਸ ਦੇ ਵਿੱਚ ਰਸ ਕੇ, ਉਸ ਦੇ ਨਾਮ ਦੇ ਵਿੱਚ ਰਤ ਕੇ ਗੁਣ ਗਾਉਂਦੇ ਹਨ। ਇਸ ਕਰਕੇ ਸਾਧੂ ਜਨਾਂ ਦੇ ਗਾਉਣ ਨੂੰ ਬੜੀ ਵਡਿਆਈ ਦਿੱਤੀ ਹੈ। ਜਿਵੇਂ ਸ਼ਬਦ ਆਉਂਦਾ ਹੈ, ਜਹ ਕੀਰਤਨ ਤੇਰਾ ਸਾਧੂ ਗਾਵੇ, ਤਹ ਮੇਰਾ ਮਨ ਲਾਗੈ। ਜਪ ਪੜ੍ਹਦੇ ਹਾਂ, ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ ਤੇ ਕੀਰਤਨ ਏਕ। ਉਹ ਇੱਕ ਪਰਮੇਸ਼ਰ ਦੀ ਸਿਫਤ ਸਲਾਹ, ਇੱਕ ਸ਼ਬਦ ਦੀ ਵਿਚਾਰ ਕਰਦੇ ਨੇ, ਇੱਕ ਦਾ ਗਿਆਨ ਕਰਵਾਉਂਦੇ ਨੇ। ਪਰ ਕਿਉਂ ਗਾਉਂਦੇ ਨੇ? ਕਿਉਂਕਿ ਉਸ ਦੇ ਵਿੱਚ ਰਤ ਕੇ ਗਾਉਂਦੇ ਨੇ। ਰਾਮ ਰਮਾ ਰਾਮਾ ਗੁਣ ਗਾਓ। ਜਿਹਨੂੰ ਮੇਰਾ ਸਮਝਾਉਂਦੇ ਨੇ, ਕਹਿੰਦੇ ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਵੀ ਉਹ ਕੀਰਤਨੀਆ ਭਲਾ ਹੈ ਜਿਹੜਾ ਰਾਮ ਦੇ ਵਿੱਚ ਰਮ ਕੇ ਰਾਮ ਦੇ ਗੁਣ ਗਾਉਂਦਾ ਹੈ ਤੇ ਮਾਇਆ ਦੇ ਤੰਦ ਨੂੰ ਛੱਡ ਕੇ ਗਾਉਂਦਾ ਹੈ। ਇਸ ਕਰਕੇ ਇੱਥੇ ਵੀ ਸਾਨੂੰ ਸਮਝਾਉਂਦੇ ਨੇ ਕਿ ਤੇਰੇ ਜਿਹੜੇ ਸਾਧੂ ਨੇ,
ਉਹ ਤੇਰੇ ਰਤ ਵਿੱਚ ਰੱਤ ਕੇ ਗੁਣ ਗਾਉਂਦੇ ਨੇ, ਹੇ ਪ੍ਰਭੂ ਮੈਨੂੰ ਵੀ ਐਸੇ ਜਨਾਂ ਦਾ ਸੰਗ ਬਖਸ਼ਿਸ਼ ਕਰ। ਹੇ ਪ੍ਰਭੂ ਮੇਰੀ ਵੀ ਬੇਨਤੀ ਸੁਣ, ਮੈਨੂੰ ਵੀ ਤੇਰੇ ਜਨਾਂ ਦਾ ਸੰਗ ਪ੍ਰਾਪਤ ਹੋਵੇ। ਸੇ ਸੰਜੋਗ ਕਰੂੰ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। हे प्रभु मेरे ते भी दया कर, मैं भी वो संजोग मैनू भी प्राप्त होण, मैं भी उन्हां दा संजोग करूं जेड़े रसना द्वारा तेरे नाम नू उचारते हन। जित रसना हर नाम उचारे। हुण साधु जनां ते गाउण दा, साधु जनां ते रसना ते गाउण दा महत्व क्यों ज़्यादा है? क्योंकि उन्हां दी रसना ते आप वसदा है, जिसनों आपां पढ़ते हाँ, प्रभ जी बसै साध की रसना। उत्थे हरि आप अपना नाम उचारदा है, अपना ज्ञान आप करवाउंदा है। जिवें भगतां दी जिहड़ी सिमरनी सी, की सी फर्क सी आम लोकां दी सिमरनी ते भगतां दी सिमरनी दे विच? क्योंकि उन्हां दी रसना ते आप राम बोलदा सी, राम बसदा सी। कबीर मेरी सिमरनी रसना उपर राम। हुण असीं की अर्थ कर लैंदे हाँ कि वो रसना द्वारा राम राम करदे सी, कि राम शब्द उन्हां दी रसना ते वस गया सी, पर नहीं, उन्हां दी रसना ते राम जी बोलदे सी, राम जी वसे सी। उन्हें यह भी दसिया भी कोई मेरी रसना ते कल्ले दी ते नहीं वसे, उस सारियां दी रसना ते बस के उन्हां दे हिरदे च बस के सारियां दी रसना तो बोलते रहे हैं। आद जुगादी सगल भगत मन ताका विश्राम। कहते आद तो जुगां तो जेड़े भी प्रभु दे भगत होए ने, उन्हां दे हिरदे च प्रभु दा विश्राम सी ते उन्हां दी रसना तो आप बोलते सी, उन्हां दी रसना ते आप वसते सी। इस करके इत्थे भी सानू समझाया है कि जिन्हां दी रसना ते हरि आप नाम उचारता है, अपना ज्ञान आप देंदा है, उन्हां दा मैं संजोग करूं। हे प्रभु मेरे ते दया कर, मेरे ते कृपा कर। जीवन रूप सिमरन प्रभ तेरा। जिन्हां दा जीवन ही क्या है? हे प्रभु तेरा सिमरन, जिन्हों ने अपने असली रूप नू पहचान लिया, अपने प्रकाश रूप नू पहचान लिया है, जिन्हों ने दे हिरदे च प्रभु बस जाता है, क्योंकि उत्थे ही आपां नू जीवन रूप गया है, जे जीवन पदवी क्या है? जीवन पदवी हर के दास। जदों आपां हरि दे दास बन जाते हाँ, उहदे भगत बन जाते हाँ, वो साडे हिरदे च वस जाता है, फिर आपां सानू जीवन पदवी प्राप्त होती है। इस करके समझाउंदे ने, जीवन रूप सिमरन प्रभ तेरा, जिस कृपा कर है बसह तिस नेरा। क्योंकि जिस ते तू कृपा करता है, तू उसदे नेड़े बसता है, फिर उसदे हिरदे च बस के नेड़े की हिरदे च बस जाता है। मन किते है? नेत्रा च है, ते प्रभु हिरदे च प्रगट हो जाता है, सब तो नेड़े, हत्था पैरां तो नेड़े, जिते कृपा करता है। वो फिर उन्होंने तू अपना रूह बख्शिश कर देंदा है, उसनू तू प्रकाश रूह बख्शिश कर देंदा है। वो फिर तेरा सिमरन करते हैं, वो तेरी सिफ सलाह करते हैं। जन की भूख तेरा नाम हार। जिहड़े तेरे जन ने, उन्हां दे अंदर की भुख है? तेरे नाम की भुख है। उन्हां दा भोजन ही तेरा नाम है, क्योंकि भगतां दा भोजन नाम हुंदा है, ते भगतां दा कपड़ा प्रभु दी वडियाई सिफ सलाह हुंदी है, जिसनू समझाउंदे ने, भगतां का भोजन हर नाम निरंजन, पैनन भगत वडियाई।
ਤੇ ਵਾਸਾ ਕਿਹੜੇ ਘਰ ਵਿੱਚ ਹੁੰਦਾ ਹੈ? ਨਿਜ ਘਰ ਵਾਸਾ ਸਦਾ ਹਰ ਸੇਵਨ, ਹਰ ਦਰ ਸੋਭਾ ਪਾਈ। ਨਿਜ ਘਰ 'ਚ ਵਾਸਾ ਹੁੰਦਾ ਹੈ, ਸਦਾ ਹਰੀ ਦੀ ਸੇਵਾ ਕਰਦੇ ਨੇ, ਕਿਉਂਕਿ ਉਹਨਾਂ ਨੂੰ ਹਰੀ ਦੇ ਦਰ 'ਤੇ ਸੋਭਾ ਪ੍ਰਾਪਤ ਹੁੰਦੀ ਹੈ। ਜਨ ਕੀ ਭੂਖ ਤੇਰਾ ਨਾਮ ਆਹਾਰ, ਤੇਰਾ ਨਾਮ ਜਨਾਂ ਦੀ ਭੁੱਖ ਹੈ, ਉਹਨਾਂ ਦਾ ਭੋਜਨ ਹੀ ਤੇਰਾ ਨਾਮ ਹੈ। ਤੂੰ ਦਾਤਾ ਪ੍ਰਭ ਦੇਵਨਹਾਰ, ਤੇ ਤੂੰ ਦਾਤਾ ਹੈ ਪ੍ਰਭੂ, ਤੂੰ ਦੇਵਨਹਾਰ ਹੈ। ਤੂੰ ਉਹਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ, ਤੂੰ ਉਹਨਾਂ ਨੂੰ ਇਹ ਭੋਜਨ ਬਖਸ਼ਿਸ਼ ਕਰਦਾ ਹੈ। ਕਿਉਂਕਿ ਜਿਹੋ ਜਿਹੀ ਭੁੱਖ ਹੋਏਗੀ ਉਹ ਜਿਹਾ ਸਾਡੀ ਭੁੱਖ ਨੂੰ ਪੂਰੀ ਕਰਦਾ ਹੈ। ਜੈਸੀ ਭੂਖ ਤੈਸੀ ਕਾ ਪੁਰਖ, ਜਿਹੋ ਜਿਹੀ ਕਿਸੇ ਦੇ ਅੰਦਰ ਭੁੱਖ ਹੁੰਦੀ ਹੈ ਉਹੀ ਉਸਦੀ ਪੂਰੀ ਕਰਦਾ ਹੈ। ਜਿਸ ਦੇ ਅੰਦਰ ਨਾਮ ਦੀ ਭੁੱਖ ਹੈ ਉਸ ਨੂੰ ਨਾਮ ਪ੍ਰਾਪਤ ਹੁੰਦਾ ਹੈ। ਜਾਂ ਜਿਨ੍ਹਾਂ ਨੂੰ ਨਾਮ ਦੀ ਪਿਆਸ ਹੈ ਉਹਨਾਂ ਨੂੰ ਨਾਮ ਪ੍ਰਾਪਤ ਹੁੰਦਾ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਉਹੀ ਅੰਮ੍ਰਿਤ ਭੋਜਨ ਖਾਂਦੇ ਨੇ ਜਿਨ੍ਹਾਂ ਨੂੰ ਪਿਆਸ ਲੱਗਦੀ ਹੈ। ਰਾਮ ਰਮਤ ਸੰਤਨ ਸੁਖ ਮਾਨਾ, ਨਾਨਕ ਦੇਵਨਹਾਰ ਸੁਜਾਨਾ। ਕਹਿੰਦੇ ਰਾਮ ਨੂੰ ਰਮਦਿਆਂ ਉਹਦੇ ਜਿਹੜੇ ਸੰਤ ਜਨ ਨੇ, ਭਗਤ ਜਨ ਨੇ, ਉਹਨਾਂ ਦਾ ਸੰਗ ਕਰਕੇ ਫਿਰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਰਾਮ ਰਮਤ ਸੰਤਨ, ਸੰਤ ਨੇ ਜਿਹੜੇ ਰਾਮ ਨੂੰ ਰਮਦੇ ਨੇ, ਸਾਧੂ ਜਨ ਭਗਤ ਜਨ ਜਿਹੜੇ ਉਹਦੇ ਵਿੱਚ ਰਮ ਕੇ ਗਾਉਂਦੇ ਨੇ, ਸੁਖ ਨੂੰ ਮਾਣਦੇ ਨੇ, ਕਿਉਂਕਿ ਉਹਨਾਂ ਨੇ ਨਾਨਕ ਦੇਵਨਹਾਰ ਸੁਜਾਨਾ। ਸੁਜਾਨਾ ਦੇ ਆਪਾਂ ਦੋ ਅਰਥ ਕਰ ਸਕਦੇ ਹਾਂ। ਸੁਜਾਨਾ ਸਿਆਣੇ ਨੂੰ ਕਹਿੰਦੇ, ਸੁਜਾਖੇ ਨੂੰ ਕਹਿੰਦੇ ਨੇ, ਤੇ ਸੁਜਾਨਾ ਵੀ ਉਹ ਦੇਵਨਹਾਰ ਨੂੰ ਜਾਣ ਲਿਆ। ਨਾਨਕ ਦੇਵਨਹਾਰ ਸੁਜਾਨਾ, ਕਿਉਂਕਿ ਉਹਨਾਂ ਨੇ ਉਸ ਪ੍ਰਭੂ ਨੂੰ ਜਾਣ ਲਿਆ ਹੈ, ਉਹਦੇ ਵਿੱਚ ਰਮ ਕੇ ਉਹਦੇ ਸੁੱਖ ਨੂੰ, ਆਨੰਦ ਨੂੰ ਮਾਣਦੇ ਹਨ ਜਿਹੜੇ ਉਹਦੇ ਸੰਤ ਜਨ ਨੇ। ਕਿਉਂਕਿ ਸੰਤ ਪਦਵੀ ਤੇ ਦੇਖਣ ਹੀ ਸਾਡਾ ਬ੍ਰਹਮ ਹੋ ਜਾਂਦਾ ਹੈ। ਸੰਤ ਜਨਾਂ ਕਾ ਵੇਖਣ ਸਭ ਬ੍ਰਹਮ, ਸੰਤ ਜਨਾਂ ਕਾ ਹਿਰਦਾ ਸਭ ਧਰਮ, ਸਭ ਧਰਮ ਉਹਨਾਂ ਦੇ ਹਿਰਦੇ ਦੇ ਵਿੱਚ ਹੁੰਦੇ ਹਨ। ਅਗਲਾ ਸ਼ਬਦ ਫਿਰ ਸੂਹੀ ਮਹੱਲਾ ਪੰਜਵਾਂ। ਸੂਹੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਮਾਧਵੇ ਪਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਹਰ ਸਰਨੀ। ਉਸ ਪ੍ਰਭੂ ਨੂੰ ਦਿਨ ਰਾਤ ਤੂੰ ਭਜ, ਪਰਮੇਸ਼ਰ ਨੂੰ ਦਿਨ ਰਾਤ ਭਜ। ਜਨਮ ਪਦਾਰਥ ਜੀਤ ਹਰ ਸਰਨੀ, ਆਪਣੇ ਜਿਹੜਾ ਇਹ ਜਨਮ ਪਦਾਰਥ ਤੈਨੂੰ ਮਿਲਿਆ ਹੈ, ਮਨੁੱਖਾ ਦੇਹੀ ਮਿਲੀ ਹੈ, ਉਸ ਪ੍ਰਭੂ ਦੀ ਸ਼ਰਨ ਦੇ ਨੂੰ ਪ੍ਰਾਪਤ ਕਰਕੇ ਇਸ ਜਨਮ ਨੂੰ ਤੂੰ ਜਿੱਤ, ਇਸ ਜਨਮ ਦਾ ਲਾਹਾ ਖੱਟ, ਇਸ ਜਨਮ ਨੂੰ ਸਫਲ ਕਰ। ਕਿਉਂਕਿ ਇਹ ਮੌਕਾ ਹੈ, ਜੇ ਤਾਂ ਨਾਮ 'ਚ ਰੱਤੇ ਜਾਵਾਂਗੇ ਜਿੱਤ ਜਾਵਾਂਗੇ, ਜੇ ਨਾਮ ਦੇ ਨਾਲ ਨਾ ਰੱਤੇ ਗਏ, ਨਾਮ ਦੇ ਵਿੱਚ ਮਨ ਨਾ ਸਮਾਇਆ ਤੇ ਹਾਰ ਜਾਵਾਂਗੇ। ਇਸ ਕਰਕੇ ਤੂੰ ਦਿਨ ਰਾਤ ਉਸ ਪ੍ਰਭੂ ਦੀ ਭਗਤੀ ਕਰ, ਉਸ ਦੀ ਸ਼ਰਨ ਦੇ ਵਿੱਚ ਬਸ। ਤੇਰਾ ਜਨਮ ਪਦਾਰਥ ਜੋ ਮਿਲਿਆ ਹੈ ਇਸ ਨੂੰ ਜਿੱਤ ਕੇ ਜਾ, ਇਸ ਜਨਮ ਨੂੰ ਸਫਲ ਕਰ। ਇਹੋ ਪੰਕਤੀਆਂ ਸੀ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ, ਮਿਥਿਆ ਮੋਹ ਬੰਧੈ ਨਿਤ ਭਾਰਜ। ਉਹ ਮਨ ਨੂੰ ਸੰਬੋਧਦਾ ਹੈ। ਮਨ ਨੂੰ, ਮਾਧਵੇ ਮਨ ਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਆਪਾਂ ਉਸ ਮਾਲਕ ਦੀ ਅੰਸ਼ ਹਾਂ। ਤੇ ਇੱਥੇ ਹੁਣ ਸਮਝਾਉਂਦੇ ਨੇ ਕਿ ਮਨ ਕੀ ਕਰਦਾ ਹੈ। ਮਨ ਇੱਧਰ ਧਿਆਨ ਹੀ ਨਹੀਂ ਦਿੰਦਾ ਕਿ ਜਿਹੜਾ ਮੈਨੂੰ ਇਹ ਜੀਵਨ ਮਿਲਿਆ ਹੈ
ਕਿਵੇਂ ਮੇਰਾ ਜੀਵਨ ਘਟਦਾ ਜਾ ਰਿਹਾ ਹੈ, ਮੈਨੂੰ ਦਿੱਤਾ ਸਮਾਂ ਘਟਦਾ ਜਾ ਰਿਹਾ ਹੈ, ਕਿਵੇਂ ਮੇਰੀ ਉਮਰ ਘਟ ਰਹੀ ਹੈ, ਕਿੰਨੀ ਬੀਤਦੀ ਜਾ ਰਹੀ ਹੈ। ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਉਦ ਘਟੈ ਤਨ ਸੀਜੈ। ਕਾਲ ਇਹਰੀ ਫਿਰੇ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਵੀ ਦਿਨ ਰਾਤ ਘੜੀਆਂ ਪਹਿਰ ਛਿਨ ਛਿਨ ਸਾਡੀ ਆਉਦ ਘਟਦੀ ਹੈ, ਉਮਰ ਘਟਦੀ ਹੈ, ਸਾਡਾ ਸਮਾਂ ਬੀਤਦਾ ਜਾ ਰਿਹਾ ਹੈ। ਗਿਣ ਕੇ ਦਿੱਤਾ ਹੈ ਪਰ ਪਤਾ ਨਹੀਂ ਕਿੰਨਾ ਹੈ। ਕਿੰਨੇ ਸਵਾਸਾਂ ਦਾ ਧਨ ਪਾਇਆ ਹੈ ਸਾਡੇ ਇਸ ਘੜੇ ਦੇ ਵਿੱਚ। ਜਿਵੇਂ ਘੜਾ ਹੁੰਦਾ ਹੈ ਪਾਣੀ, ਉਸ ਦੇ ਵਿੱਚ ਪਾ ਦੇਈਏ, ਤੁਬਕਾ ਤੁਬਕਾ ਨਿਕਲਦਾ ਹੈ, ਪਰ ਕਿੰਨਾ ਕੁ ਪਾਣੀ ਹੈ। ਕਿਸੇ ਨੂੰ ਫੁੱਲ ਭਰ ਦਿੰਦਾ ਹੈ, ਕਿਸੇ ਦੇ ਵਿੱਚ ਅੱਧਾ ਹੁੰਦਾ ਹੈ। ਜਿੰਨਾ ਕੁ ਪਾਇਆ ਉਨਾ ਕੁ ਜਦੋਂ ਨਿਕਲ ਜਾਂਦਾ ਘੜਾ ਖਾਲੀ ਹੋ ਜਾਂਦਾ ਹੈ। ਇੱਦਾਂ ਹੀ ਆਪਣੇ ਵੀ 24,000 ਸਵਾਸ ਕੱਢਦੇ ਨੇ। ਹਰ 1 ਘੰਟੇ ਦੇ ਵਿੱਚ 1,000 ਸਵਾਸ ਕੱਟ ਜਾਂਦਾ ਹੈ। ਤੇ ਆਪਾਂ ਦੇਖ ਸਕਦੇ ਕਿ 1 ਘੰਟੇ ਦੇ ਵਿੱਚ 60 ਮਿੰਟ ਹੁੰਦੇ ਨੇ ਤੇ 16-17 ਸਵਾਸ ਆਪਾਂ 1 ਮਿੰਟ 'ਚ ਲੈਂਦੇ ਹਾਂ। ਤੇ ਏਦਾਂ ਘਟਦੀ ਜਾ ਰਹੀ ਉਮਰ। ਪਰ ਜੀਵ ਇਸ ਵੱਲ ਧਿਆਨ ਨਹੀਂ ਦਿੰਦਾ। ਮਨ ਕਦੇ ਇਸ ਵੱਲ ਧਿਆਨ ਨਹੀਂ ਦਿੰਦਾ। ਕਿਉਂ ਨਹੀਂ ਧਿਆਨ ਦਿੰਦਾ? ਮਿਥਿਆ ਮੋਹ ਬੰਧੈ ਨਿਤ ਭਾਰ 'ਚ। ਕਿਉਂਕਿ ਇਹ ਜਿਹੜਾ ਇਹ ਮੋਹ ਹੈ, ਇਹ ਸੰਸਾਰ ਹੈ ਜੋ ਝੂਠ ਹੈ, ਇਸੇ ਦੇ ਵਿੱਚ ਬੰਧਿਆ ਰਹਿੰਦਾ ਹੈ, ਇਸੇ ਦੇ ਵਿੱਚ ਪਰਚਾਇਆ ਰਹਿੰਦਾ ਹੈ, ਲਿਪਤ ਰਹਿੰਦਾ ਹੈ। ਇਸ ਕਰਕੇ ਇਹ ਧਿਆਨ ਹੀ ਨਹੀਂ ਦਿੰਦਾ ਕਿ ਮੇਰੀ ਉਮਰ ਘਟਦੀ ਜਾ ਰਹੀ, ਮੇਰਾ ਸਮਾਂ ਬੀਤਦਾ ਜਾ ਰਿਹਾ। ਜਿਸ ਕਰਮ ਨੂੰ ਮੈਂ ਆਇਆ ਹਾਂ ਉਹ ਕਰਮ ਨਾ ਕਰਨ ਕਰਕੇ ਮੇਰਾ ਸਮਾਂ ਬੀਤਦਾ ਜਾ ਰਿਹਾ ਹੈ। ਇਹ ਵੀ ਨਹੀਂ ਪਤਾ ਕਿ ਹੁਣ ਰਹਿ ਕਿੰਨਾ ਗਿਆ ਹੈ। ਕਰਤ ਵਿਕਾਰ ਦੋ ਕਰ ਚਾਰਤ, ਰਾਮ ਰਤਨ ਰਿਦ ਦਿਲ ਨਹੀਂ ਧਾਰਤ। ਕਹਿੰਦੇ ਉਹ ਕਰਮ ਕਰਦਾ ਹੈ ਵਿਕਾਰਾਂ ਦੇ ਵਿੱਚ ਫਸਿਆ ਹੈ, ਜਿਸ ਨੂੰ ਇੱਥੇ ਛੱਡ ਕੇ ਚਲੇ ਜਾਣਾ ਹੈ, ਖਾਲੀ ਜਾਏਗਾ, 2 ਹੱਥ ਝਾੜ ਕੇ ਜਾਏਗਾ। ਉਹ ਕਰਮ ਕਰਦਾ ਹੈ। ਕੁਛ ਵੀ ਨਾਲ ਨਹੀਂ ਜਾਏਗਾ, ਉਹ ਕਰਮ ਕਰਦਾ ਹੈ। ਜੋ ਅਸਲੀ ਧਨ ਹੈ ਸਾਡਾ, ਜੋ ਰਾਮ ਰਤਨ ਹੈ, ਉਸ ਨੂੰ ਇੱਕ ਤਿਲ ਜਿੰਨਾ ਵੀ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦਾ, ਧਾਰਨ ਕਰਦਾ, ਤੇ ਇੱਧਰ ਸੰਸਾਰ ਦੀਆਂ ਪਦਾਰਥਾਂ ਦੇ ਵਿੱਚ ਜੁੜਿਆ ਰਹਿੰਦਾ। ਜਿਹੜਾ ਨਾਲ ਨਹੀਂ ਜਾਣਾ, ਜਿਸ ਨੇ ਨਾਲ ਜਾਣਾ ਹੈ, ਉਹ ਇੱਕ ਤਿਲ ਜਿੰਨਾ ਵੀ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਉਂਦਾ। ਭਰਨ ਪੋਖਣ ਸੰਗ ਆਉਦ ਬਿਹਾਣੀ। ਤੇ ਕੀ ਕਰਦਾ ਹੈ? ਖਾ ਲਿਆ, ਪਾਲਣ ਪੋਸ਼ਣ ਦੇ ਵਿੱਚ ਆਪਣੇ ਸਰੀਰ ਤੱਕ, ਸਰੀਰ ਵੀ ਇੱਥੇ ਰਹਿ ਜਾਣਾ ਹੈ। ਸਰੀਰ ਨੂੰ ਭੋਜਨ ਖਾ ਦਿੱਤਾ, ਸਰੀਰ ਨੂੰ ਧੋ ਲਿਆ, ਸਰੀਰ ਨੂੰ ਕੱਪੜੇ ਪਾ ਲਏ ਸੋਹਣੇ। ਸਰੀਰ ਦੇ ਵਾਸਤੇ ਮਨ ਉਲਝਿਆ ਰਹਿੰਦਾ ਹੈ। ਪਰ ਜਿਸ ਕਾਰਜ ਨੂੰ ਆਇਆ ਸੀ, ਜਿਸ ਵਸਤੂ ਨੂੰ ਪ੍ਰਾਪਤੀ ਵਾਸਤੇ, ਵਸਤੂ ਦੀ ਪ੍ਰਾਪਤੀ ਵਾਸਤੇ ਆਇਆ ਸੀ, ਉਸ ਨੂੰ ਇੱਕ ਤਿਲ ਵੀ ਆਪਣੇ ਹਿਰਦੇ ਦੇ ਵਿੱਚ ਨਹੀਂ ਵਸਾਇਆ। ਜੈ ਜਗਦੀਸ਼ ਕੀ ਭਰਨ ਪੋਖਣ ਸੰਗ ਆਉਦ ਬਿਹਾਣੀ। ਕਹਿੰਦੇ ਏਦਾਂ ਉਮਰ ਬੀਤਦੀ ਜਾ ਰਹੀ ਹੈ। ਖਾ ਲਿਆ, ਪਹਿਨ ਲਿਆ। ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਪਰ ਉਸ ਪਰਮੇਸ਼ਰ ਦੀ, ਨਿਰੰਕਾਰ ਦੀ, ਪ੍ਰਮਾਤਮਾ ਦੀ ਗਤ ਨੂੰ ਨਹੀਂ ਜਾਣਿਆ, ਗੋਬਿੰਦ ਦੀ ਗਤ ਨੂੰ ਨਹੀਂ ਜਾਣਿਆ, ਉਸ ਦਾ ਗਿਆਨ ਨਹੀਂ ਲਿਆ। ਸਰਨ ਸਮਰੱਥ ਅਗੋਚਰ ਸੁਆਮੀ। ਤੇ ਫਿਰ ਦੱਸਦਾ ਹੈ ਕਿ ਹੁਣ ਪ੍ਰਭੂ, ਹੇ ਪ੍ਰਭੂ, ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਤੂੰ ਸਮਰੱਥ ਹੈ, ਤੂੰ ਅਗੋਚਰ ਹੈ। ਉਧਰ ਨਾਨਕ ਪ੍ਰਭ
अंतरजामी। हे प्रभु तू मेरे ते दया कर, मेरा उद्धार कर, क्योंकि तू अंतरजामी है, तू मैं कट कट दी जानने वाला हाँ। इस करके मैं इधर ध्यान नहीं दिता, मैं कदे सोचा नहीं, पर हुण मेरे ते दया कर, कृपा कर, मेरा उद्धार कर, मैनू तार लै। ते फिर प्रभु दया करता है, फिर अपने चरणों नाल जोड़ता है। पर जे सानू ये ज्ञान हो जावे कि जो असीं इत्थे करदे हां संसारी कुछ भी मन दे नाल नहीं जाना, ये नहीं कि आपां संसारी कर्म नहीं करना, संसार दे विच अपने कोल मकान ना होवे, ऐसा नहीं है। रहन दे वास्ते रहन बसेरा भी जरूरी है, तन नूं ढकण वास्ते कपड़ा ते शरीर नूं पालण दे वास्ते भोजन, हर एक चीज़ वस्तु जरूरी है। अज तां बहुत सारियां लोड़ां ने जिहड़ियां साडे जीवन दीयां लोड़ां अज जरूरी बन गईयां हन, पर यह तन दे वास्ते ने। तन नाल आपां इह करना है, मन परमेश्वर नाल जोड़ना है। ये नहीं कि असी किरत छड्ड के बैठना है, असी काम धंधे छड्ड देने, असी सिर्फ ज्ञान लेके प्रभु दे चरनां नाल जुड़ना है। किरत नहीं छड्डनी हुंदी, कर्म नहीं छड्डना हुंदा, कर्म साडा धर्म है। जे किरत करांगे तां ही आपां परमेश्वर नूं मिल सकदे हां। किरत बड़ी जरूरी है, भगतां ने सारियां ने किरत कीती है। ते सानू समझाउंदे ने सतगुरु जी, माया की किरत छोड़ गवाई, भगती सार न जाना। कहते भगती दी सार नहीं आई ते माया दी किरत छड्ड के बैठ गया, क्योंकि जिन्होंने भगती दी सार आ गई वो कदे किरत नहीं छड्डदे। किरत संसारिक लोड़ां दे वास्ते है, दसां नौहां दी किरत करके आपां अपनी संसारी लोड़ां पूरियां करनियां हुंदियां ने, संसारी कारज करने हुंदे ने, ते मन करके भगती करनी हुंदी। क्योंकि सब ने कीता है, किरत सब ने कीती है। बाबा नामदेव जी कपड़े सींदे सी ते नाल नाल भगती करते सी। इदां ही भगत रविदास जी जुत्तियां गढ़दे सी, इदां ही बाबा कबीर जी खड्डी बुनदे सी। जिन्ने भी भगत होए सारे किरती होए हन। इस करके लेकिन मन ने उस प्रभु के नाम नूं हिरदे च वसाउणा है, जो नाम रतन है। सो इस तरीके नाल आपां नूं इह जीवन दा मनोरथ सतगुरु जी समझाउंदे ने। जिस जीवन नूं फिर ज्ञान हुंदा है, फिर उस प्रभु की शरण विच जांदा है, फिर प्रभु नाम दा बख्शिश करता है, फिर दिन रैन उस नूं भजदा है। क्योंकि दिन रात असीं भजांगे कदों कदों असीं प्रभु की भजन बंदगी कर सकते हाँ, जदों उहदी शरण विच जावांगे। वो किरपा करेगा, क्योंकि उसकी किरपा तो बिना तां भगती भी नहीं होंदी, उहदी सेवा भी नहीं होंदी। जे प्रगट ही नहीं होएगा, सेवा किस दी करांगे? वो दया करेगा, उहदी शरण जावांगे, प्रगट होंदा, अपनी भगती दे विच लाउंदा है, अपनी सेवा दे विच लाउंदा है। मन भगती करता है ते तन कर्म करता है। सो आओ हुण आपां नाल अभ्यास करिए, ताकि आपां भी उस नाम नूं अपने हिरदे दे विच वसा लईए, जिहड़ा एक किणका ही साडे हिरदे विच वस जावे ते साडी महिमा गणी नहीं जा सकती। जिन्हों महाराज समझाउंदे ने, किणका एक जिस जी बसावे, ताकि महिमा गणी ना आवे। उहदी महिमा नहीं की जा सकती। वो की है कि किणका, वो किणका है एक गुर दी सिख, गुर दा जुगत, गुर दा ज्ञान की है। वो आपां समझना है। वो मन दे वास्ते उपदेश है। जो मन साडा इस संसार च आया है, ते जूं ही ये शरीर
ਮਨ ਨੂੰ ਪ੍ਰਾਪਤ ਹੁੰਦਾ ਹੈ, ਜਾਂ ਇਹ ਕਹਿ ਲਈਏ ਜਦੋਂ ਸਰੀਰ ਦਾ ਜਨਮ ਹੁੰਦਾ ਹੈ, ਜਦੋਂ ਸਰੀਰ ਮਾਤਾ ਦੇ ਗਰਭ ਦੇ ਵਿੱਚੋਂ ਜਨਮ ਲੈ ਕੇ ਬਾਹਰ ਆਉਂਦਾ ਹੈ, ਉਦੋਂ ਹੀ ਮਨ ਜਿਹੜਾ ਹੈ ਸਾਡਾ ਪੌਣ 'ਚ ਮਿਲ ਕੇ ਨਾਮ ਨੂੰ ਭੁੱਲ ਜਾਂਦਾ ਹੈ, ਨਾਮ ਦੇ ਨਾਲੋਂ ਲਿਵ ਟੁੱਟ ਜਾਂਦੀ ਹੈ, ਤੇ ਫਿਰ ਆਪਾਂ ਲਿਵ ਜੋੜਨੀ ਹੁੰਦੀ ਹੈ। ਇਸ ਕਰਕੇ ਜਿਹੜੀ ਸਾਰੀ ਗੁਰਬਾਣੀ ਹੈ ਸਾਡੇ ਮਨ ਨੂੰ ਸੰਬੋਧਨ ਹੈ, ਤੇ ਮਨ ਜੋਤ ਸਰੂਪ ਹੈ, ਜੋਤ ਸਾਡੇ ਨੇਤਰਾਂ ਦੇ ਵਿੱਚ ਹੈ। ਇਸ ਕਰਕੇ ਨੇਤਰ ਦੋ ਹਨ, ਦੋ ਨੇਤਰ ਹੋਣ ਕਰਕੇ ਨਾਮ ਦਾ ਭੇਦ ਨਹੀਂ ਰਿਹਾ, ਲਿਵ ਟੁੱਟ ਗਈ ਹੈ। ਇਸੇ ਜਿਹੜੀ ਦੋ ਦ੍ਰਿਸ਼ਟੀ ਹੈ, ਦੋ ਨੇਤਰਾਂ ਨਾਲ ਦੇਖਦੇ ਹਾਂ, ਇਹੀ ਇੱਕ ਦ੍ਰਿਸ਼ਟ ਹੋ ਜਾਵਾਂਗੇ, ਫਿਰ ਸਾਡੀ ਲਿਵ ਜੁੜ ਜਾਂਦੀ ਹੈ। ਉਸ ਵਾਸਤੇ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਹੁੰਦਾ ਹੈ ਕਿ ਸਾਡੀ ਜਿਹੜੀ ਅਵਸਥਾ ਹੈ, ਸਾਡੀ ਲਿਵ ਟੁੱਟੀ ਹੈ ਜਾਂ ਹਲੇ ਵੀ ਲਿਵ ਜੁੜੀ ਹੈ, ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਇੱਕ ਦ੍ਰਿਸ਼ਟ ਦੀ ਨਿਸ਼ਾਨੀ ਕੀ ਹੈ, ਦੋ ਦ੍ਰਿਸ਼ਟੀ ਦੀ ਕੀ ਨਿਸ਼ਾਨੀ ਹੈ? ਕਿਵੇਂ ਸਾਨੂੰ ਪਤਾ ਲੱਗੇ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟੀ 'ਚ ਹਾਂ? ਇੱਕ ਦ੍ਰਿਸ਼ਟ ਦੀ ਨਿਸ਼ਾਨੀ ਹੁੰਦੀ ਹੈ ਕਿ ਆਪਾਂ ਆਪਣੀ ਦ੍ਰਿਸ਼ਟੀ ਨੂੰ ਆਪਣੇ ਧਿਆਨ ਨੂੰ ਇਸ ਪੁਆਇੰਟ 'ਤੇ ਟਿਕਾ ਕੇ ਦੇਖਣਾ ਹੁੰਦਾ ਹੈ। ਇੱਥੇ ਆਪਾਂ ਆਪਣੀ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੁੰਦਾ ਹੈ ਕਿ ਸਾਨੂੰ ਆਪਣਾ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜਦੋਂ ਅਸੀਂ ਇੱਕ ਦ੍ਰਿਸ਼ਟ ਹੋ ਜਾਂਦੇ ਹਾਂ, ਸਾਨੂੰ ਆਪਣਾ ਨੱਕ ਨਹੀਂ ਨਜ਼ਰ ਆਉਂਦਾ, ਸਾਨੂੰ ਆਪਣੇ ਫੇਸ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ। ਜੇਕਰ ਅਸੀਂ ਦੋ ਦ੍ਰਿਸ਼ਟੀ 'ਚ ਹਾਂ, ਫਿਰ ਸਾਨੂੰ ਆਪਣਾ ਨੱਕ ਨਜ਼ਰ ਆਉਂਦਾ, ਕਿਉਂਕਿ ਇਹੀ ਸਾਡਾ ਚੱਕਰ ਚੇਨ ਹੈ। ਜੇ ਨੱਕ ਦਿਸਦਾ ਹੈ, ਆਪਾਂ ਦੋ ਦ੍ਰਿਸ਼ਟੀ 'ਚ ਹਾਂ। ਦੋ ਦ੍ਰਿਸ਼ਟੀ 'ਚ ਹੋਣ ਤੇ ਫਿਰ ਸਾਨੂੰ ਹੋਰ ਦੇਖਣਾ ਇਹ ਪੈਂਦਾ ਹੈ ਕਿ ਸਾਡਾ ਧਿਆਨ ਕਿਸ ਪਾਸੇ ਜ਼ਿਆਦਾ ਵਿਚਰਦਾ ਹੈ। ਜਿਸ ਪਾਸੇ ਸਾਡਾ ਧਿਆਨ ਜ਼ਿਆਦਾ ਹੋਏਗਾ, ਸਾਨੂੰ ਆਪਣਾ ਨੱਕ ਵੀ ਉਸ ਪਾਸੇ ਤੋਂ ਦਿਸੇਗਾ। ਜੇ ਧਿਆਨ ਸੱਜੇ ਹੋਏਗਾ, ਸਾਨੂੰ ਆਪਣਾ ਨੱਕ ਸੱਜੇ ਪਾਸਿਓਂ ਦਿਸੇਗਾ। ਜੇ ਧਿਆਨ ਖੱਬੇ ਜ਼ਿਆਦਾ ਹੋਏਗਾ ਤੇ ਸਾਨੂੰ ਆਪਣਾ ਨੱਕ ਵੀ ਖੱਬੇ ਪਾਸਿਓਂ ਦਿਸੇਗਾ। ਜੇ ਧਿਆਨ ਵਿਚਾਲੇ ਹੋਏਗਾ ਤਾਂ ਸਾਨੂੰ ਆਪਣਾ ਨੱਕ ਦੋਨੋਂ ਪਾਸੇ ਤੋਂ ਦਿਸੇਗਾ। ਜਦੋਂ ਇੱਕ ਦ੍ਰਿਸ਼ਟ ਹੋਵਾਂਗੇ, ਨੱਕ ਨਹੀਂ ਦਿਸੇਗਾ, ਤੇ ਜਦੋਂ ਨਾਮ ਤੇ ਆਵਾਂਗੇ, ਸਾਨੂੰ ਮੁੱਖ ਪ੍ਰਕਾਸ਼ ਦਿਸੇਗਾ, ਨੱਕ ਵੀ ਪ੍ਰਕਾਸ਼ ਦਿਸੇਗਾ, ਮੁੱਖ ਉਜਲ ਹੋ ਜਾਏਗਾ। ਇਹ ਸਾਰੀ ਦੇਖ ਕੇ ਆਪਾਂ ਸਮਝ ਸਕਦੇ, ਸਾਨੂੰ ਗਿਆਨ ਹੋ ਜਾਂਦਾ ਹੈ ਕਿ ਸਾਡਾ ਮਨ ਕਿਸ ਅਵਸਥਾ 'ਚ ਵਿਚਰਦਾ ਹੈ, ਸਾਡੇ ਮਨ ਦੀ ਅਵਸਥਾ ਕੀ ਹੈ। ਸੋ ਆਪਾਂ ਹੁਣ ਕੀ ਕਰਨਾ ਹੈ? ਜੇਕਰ ਨਵਾਂ ਜੀਵ ਕੋਈ ਸਮਝਣਾ ਹੈ, ਉਸਨੇ ਧਿਆਨ ਦੇ ਨਾਲ ਆਪਾਂ ਆਪਣੀ ਦ੍ਰਿਸ਼ਟੀ ਸਭ ਤੋਂ ਪਹਿਲਾਂ ਇਸ ਪੁਆਇੰਟ ਤੇ ਫੋਕਸ ਕਰਾਂਗੇ। ਇਹਦਾ ਇੱਥੇ ਧਿਆਨ ਟਿਕਾ ਕੇ ਦੇਖਾਂਗੇ ਕਿ ਨੱਕ ਨਜ਼ਰ ਆਉਂਦਾ ਕਿ ਨਹੀਂ ਆਉਂਦਾ। ਜੇ ਨਜ਼ਰ ਆਉਂਦਾ ਹੈ, ਕਿਸ ਪਾਸੇ ਤੋਂ ਆਉਂਦਾ ਹੈ? ਸੱਜੇ ਆਉਂਦਾ, ਖੱਬੇ, ਜਾਂ ਦੋਨੋਂ ਪਾਸੇ ਤੋਂ ਦਿਸਦਾ ਹੈ? ਇਹਨਾਂ ਆਪਾਂ ਦੇਖਾਂਗੇ ਆਪਣੇ ਆਪ ਨੂੰ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਇੱਥੋਂ ਆਪਾਂ ਸਾਹਮਣੇ ਦੇਖਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਆਪਾਂ ਪਲਕਾਂ ਉੱਤੇ ਝੁਕ ਦਾਂਗੇ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਫਿਰ ਆਪਾਂ ਸਾਹਮਣੇ ਦੇਖਾਂਗੇ। ਇੱਥੋਂ ਫਿਰ ਮੈਂ ਜਦੋਂ ਕਹਾਂਗਾ ਨੱਕ ਤੇ ਸਮ ਕਰਕੇ ਦੇਖੋ, ਫਿਰ ਆਪਣੇ ਨੱਕ ਤੇ ਧਿਆਨ ਟਿਕਾ ਕੇ ਆਪਾਂ ਦੇਖਾਂਗੇ। ਫਿਰ ਧਿਆਨ ਟਿਕਾ ਕੇ ਬਾਅਦ ਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਸਾਡਾ ਜਦ ਪਹਿਲਾਂ ਧਿਆਨ ਸੀ ਤੇ ਹੁਣ ਧਿਆਨ ਦੇ ਵਿੱਚ ਕੀ ਅੰਤਰ ਹੈ। ਜੇ ਪਹਿਲਾਂ ਨੱਕ ਦਿਸਦਾ ਸੀ, ਇਹ ਆਪਾਂ ਜੁਗਤੀ ਵਿਸ਼ਵਾਸ ਨਾਲ ਲਾਵਾਂਗੇ ਤੇ ਅਸੀਂ ਵਾਪਸ ਆ ਕੇ ਦੇਖਾਂਗੇ, ਇੱਕ ਦ੍ਰਿਸ਼ਟ ਹੋ ਜਾਵਾਂਗੇ ਕਿ ਸਾਨੂੰ ਆਪਣਾ ਨੱਕ ਨਹੀਂ ਨਜ਼ਰ ਆਏਗਾ।
ਉਹਨੂੰ ਕਹਿੰਦੇ ਇੱਕ ਦ੍ਰਿਸ਼ਟ ਹੋਣਾ। ਇੱਕ ਦ੍ਰਿਸ਼ਟ ਹੋ ਕੇ ਫਿਰ ਆਪਾਂ ਜਦੋਂ ਧਿਆਉਣਾ ਸ਼ੁਰੂ ਕਰਾਂਗੇ, ਧਿਆਉਣ ਦੇ ਨਾਲ ਸਾਡਾ ਮੁੱਖ ਪ੍ਰਕਾਸ਼ ਹੋਏਗਾ, ਮੁੱਖ ਉਜਲ ਹੋਏਗਾ, ਸਾਨੂੰ ਆਪਣੇ ਪ੍ਰਕਾਸ਼ ਰੂਪ ਦੀ ਪਹਿਚਾਣ ਹੋਏਗੀ ਅਤੇ ਆਪਣੇ ਆਪ ਨੂੰ ਪਹਿਚਾਣ ਕੇ ਸਾਨੂੰ ਇੱਥੇ ਪਰਮੇਸ਼ਰ ਦੀ ਪਹਿਚਾਣ ਹੋਏਗੀ ਅਤੇ ਆਪਾਂ ਉਸ ਦੀ ਸੇਵਾ ਕਰਦੇ ਕਰਦੇ ਉਸੇ ਦਾ ਰੂਪ ਹੋ ਜਾਵਾਂਗੇ। ਸਾਡੀ ਜੋਤ ਉਸ ਪ੍ਰਭੂ ਦੀ ਜੋਤ ਵਿੱਚ ਮਿਲ ਜਾਏਗੀ। ਜਿਵੇਂ ਇੱਕ ਬੂੰਦ ਸਾਗਰ 'ਚ ਮਿਲ ਕੇ ਸਾਗਰ ਰੂਪ ਹੋ ਜਾਂਦੀ ਹੈ, ਇੱਦਾਂ ਸਾਡੀ ਜੋਤ ਪਰਮੇਸ਼ਰ ਦੀ ਜੋਤ 'ਚ ਮਿਲ ਕੇ ਉਸੇ ਦਾ ਸਰੂਪ ਹੋ ਜਾਂਦੀ ਹੈ। ਸੋ ਆਓ ਸਾਰੇ ਕਰਕੇ ਦੇਖੀਏ, ਆਪਣੇ ਆਪ ਦ੍ਰਿਸ਼ਟੀ ਨੂੰ ਨੱਕ 'ਤੇ ਟਿਕਾ ਕੇ ਫੋਕਸ ਕਰਕੇ ਦੇਖੀਏ ਆਪਣੇ ਆਪ ਨੂੰ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਨੱਕ ਦਿਸਦਾ ਹੈ ਜਾਂ ਨਹੀਂ ਦਿਸਦਾ? ਜੇ ਦਿਸਦਾ ਕਿਸ ਪਾਸੇ ਤੋਂ ਦਿਸਦਾ ਹੈ, ਸੱਜੇ ਖੱਬੇ ਜਾਂ ਦੋਨੋਂ ਪਾਸੇ ਤੋਂ? ध्यान सामने लेके आइए, सामने देखिए। मस्तक दे सामने लै जी, पलक उत्ते चुको। फिर सामने लेके आइए ध्यान। फिर नक ते सम करके देखिए अपने आप को। देखना है कि जे किसी नक जिसदा सी कि हुण दिसनों हट गया, क्योंकि जदों एक दृष्ट हो गए सानू अपना नक नहीं दिसेगा। जे दिसेगा हल्का जिहा खब्बे पासे आपां नूं दिस सकता है। पहला पहला एक हल्की जी परछाई सानू अनुभव हो सकती है, जिथे फिर इसने प्रकाश होना है, ट्रांसपेरेंट हो जाना है, क्रिस्टल की तरह इसने चमकन लग जाना है। नीचे ले जाइए ध्यान। नीचे जो कपड़ा वगैरह विछया उस तो थोड़ा ऊपर आप देखने की कोशिश करांगे।
ਇੱਥੇ ਸਾਨੂੰ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋ ਜਾਏਗਾ। ਸਾਨੂੰ ਇੱਦਾਂ ਅਨੁਭਵ ਹੋਏਗਾ ਜਿਵੇਂ ਕੱਪੜੇ ਦੇ ਉੱਤੇ ਪਾਣੀ ਦੀਆਂ ਲਹਿਰਾਂ ਚੱਲਦੀਆਂ ਨੇ। ਇੱਕ ਹਲਚਲ, ਇੱਕ ਝਿਲਮਿਲ ਸਾਨੂੰ ਅਨੁਭਵ ਹੋਣੀ ਸ਼ੁਰੂ ਹੁੰਦੀ ਹੈ। फिर दृष्टि सम करके अपने आप को देखिए। फिर दृष्टि फोकस करके अपने आप को देखिए। फिर नीचे लाइए ध्यान।
और फिर दृष्टि सम करके देखिए अपने आप को। फिर नीचे लीजिए ध्यान। फिर दृष्टि सम करके अपने आप को देखिए। फिर नीचे लीजिए ध्यान।
फिर दृष्टि सम करके अपने आप को देखिए। वाहिगुरु जी का खालसा, वाहिगुरु जी की फतेह। सुगुरमुख प्यारिओ, इस तरीके दे नाल एक दृष्ट होके आपां नेड़े परमेश्वर नूं देखना है ते सानू इत्थे ही सामने ही प्रगट हो जाएगा ते आपां उस नूं पहचानना है ते फिर सदा साडे सामने रहंदा है। हर संतो देखो नदर कर, निकट वसै भरपूर, गुरमत जिन्नी पछाणिया से देखे सदा हजूर। जदों आपां सामने देखांगे प्रगट हो जाता है। फिर आपां पढ़ते भी हाँ जाप साहब दी बाणी दे विच, ज़हरा ज़हूर है हाज़र हजूर है, हमें सुल सलाम है समस्तुल कलाम है। फिर हमेशा ही उस प्रभु नूं सलाम है, हमेशा ही नमस्कार है। सो इस तरीके नाल सानू समझाया है। ये जुगत है, एक तरीका है, विधि है, एक दृष्ट होकर नेड़े देखना। ये इन्नी जुगत इन्नी सिक्ख्या जो साडे मन विच बस गई ते असीं इस नूं दृढ़ कर लिया ते कदे भी साडा परमेश्वर तो विछोड़ा नहीं है। एक किणका है, किणका मात्र जुगत है साडे हिरदे च बस गई ते असीं साडा जीवन है जिहड़ा सफल हो जाएगा। सो आओ इन्नी क विचार करदे हां, बहुत सारियां भुल्लां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।